D4 न्यूज़ देख रहे तमाम दोस्तों को दीपक भंडारी का नमस्कार। कोरोना के बाद एक नई बीमारी ने दस्तक दे दी है जिसे कहा जा रहा है ब्लैक फंगस। आखिरकार ये ब्लैक फंगस क्या है, ये आंख और नाक छीन रहा है, इसके लिए क्या कारण है, स्टेरॉइड इसके लिए कितने घातक हैं, प्री डायबिटिक होने पर शुगर लेवल को अनदेखा करना कितना घातक है, क्यों बढ़ रहे हैं ब्लैक फंगस के मरीज। इसे म्यूरोमाइकोसिस भी कहा जाता है। ENT विभाग में केसेस रिपोर्ट हो रहे हैं। हम बात करें अमृतसर की, तो अमृतसर में ब्लैक फंगस का पहला केस रिपोर्ट हुआ है। हमारे साथ हैं शहर के जाने माने ENT सर्जन डॉक्टर करुणेश गुप्ता। आपको बता दें ये इंडोस्कोपिक सर्जन हैं, 2 बार ये गोल्ड मेडल इन्हें मिल चुका है नेशनल स्तर पर, और ये नेशनल ENT गाइडलाइंस कमेटी के सदस्य भी हैं। हमारे साथ हैं डॉक्टर करुणेश। डॉक्टर साहब नमस्कार जी। नमस्कार। हमारा D4 न्यूज़ चैनल में आपका डॉक्टर स्वागत है। डॉक्टर साहब, एक ब्लैक फंगस जी बीमारी आ गई है कोरोना तो इमीडिएट बाद, ये ਅਸੀਂ ਚਾਹਾਂਗੇ ਪਹਿਲਾ ਕੇਸ ਵੀ ਸ਼ਾਇਦ ਤੁਸੀਂ ਡਿਟੈਕਟ ਕੀਤਾ ਜੀ। ਇਹ ਹੈ क्या ਇੱਕੋ केस डिटेक्ट ਹੋਇਆ ਜਾਂ ਹੋਰ ਵੀ ਇਸ ਤਰ੍ਹਾਂ ਦੇ केसेस ਤੁਹਾਡੇ ਕੋਲ आ रहे हैं? देखो ऐसा है जी कि ये कोई नई बीमारी नहीं है। म्यूकोरमाइकोसिस बड़ी पुरानी बीमारी है, फंगल डिजीज़ है, लेकिन हुण इस ते कुछ केसेस का नंबर ਵਧਿਆ है। उस दे विच कोविड भी डायरैक्टली इनडायरैक्टली कंट्रीब्यूट कर रहा है। ਤੁਸੀਂ ਇਸ ਤਰ੍ਹਾਂ ਸਮਝੋ ਕਿ ਪਹਿਲੇ ਜੇ ਇਸ ਬਿਮਾਰੀ ਦੇ ਪੇਸ਼ੈਂਟ ਸਾਲ ਦੇ ਵਿੱਚ 2 ਜਾਂ 3 ਆਉਂਦੇ ਸੀ ਤਾਂ ਹੁਣ ਉਸ ਦੀ ਐਵਰੇਜ ਉਹ 10 12 15 ਗੁਣਾ ਵਧੀ ਹੈ। ਬੇਸਿਕਲੀ ਦੇਖੋ ਜੋ ਇਹ ਮਿਊਕਰਮਾਈਕੋਸਿਸ ਹੈ ਨਾ, ਜੋ ਫੰਗਸ ਹੈ, ਇਹ ਇੱਕ ਸਾਡੀ ਇਕੋਲੋਜੀਕਲ ਸਿਸਟਮ 'ਚ ਬੜਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਇਹ ਹੁੰਦੀ ਹੈ ਸੋਇਲ ਦੇ ਵਿੱਚ, ਮਿੱਟੀ ਦੇ ਵਿੱਚ, ਰਾਈਟ, ਖਾਦ ਦੇ ਵਿੱਚ, ਜਿਹੜੇ ਸਾਡੇ ਫਲ ਸਬਜ਼ੀਆਂ ਗਲ ਰਹੇ ਨੇ ਉਹਦੇ ਵਿੱਚ। ਸੋ ਇਹ ਉੱਥੇ ਗਰੋ ਕਰਦੀ ਹੈ ਔਰ ਉਹ ਨਿਊਟ੍ਰੀਐਂਟਸ ਦੇ ਰੀਸਰਕੂਲੇਸ਼ਨ 'ਚ ਹੈਲਪ ਕਰਦੀ ਹੈ। ਰਾਈਟ। ਔਰ ਉੱਥੋਂ ਅਸੀਂ ਕੋਈ ਮਿੱਟੀ 'ਚ ਹੱਥ ਸਾਡਾ ਲੱਗਦਾ ਹੈ, ਹਵਾ ਦੇ ਵਿੱਚ ਵੀ ਦੇ ਸਪੋਰਸ ਨੇ, ਤਾਂ ਸਾਡੇ ਅੰਦਰ ਵੀ ਕੁਛ ਨਾ ਕੁਛ ਮਿਊਕਰਮਾਈਕੋਸਿਸ ਸਪੋਰਸ ਕੋਈ ਵੱਡੀ ਗੱਲ ਨਹੀਂ ਪਏ ਹੋਣਗੇ, ਲੇਕਿਨ ਉਹ ਇਨਐਕਟਿਵ ਨੇ, ਉਹ ਕੁਛ ਕਰਦੇ ਨਹੀਂ ਹੈ। ਜਦੋਂ ਪੇਸ਼ੈਂਟ ਇਮਿਊਨੋ ਕੰਪਰੋਮਾਈਜ਼ਡ ਹੋਏਗਾ, ਪੇਸ਼ੈਂਟ ਦਾ ਇਮਿਊਨ ਸਟੇਟਸ ਵੀਕ ਹੋਏਗਾ ਕਿਸੇ ਵੀ ਕਾਰਨ ਤੋਂ, ਉਦੋਂ ਫਿਰ ਉਹ ਬਾਡੀ ਵਿੱਚ ਗਰੋ ਕਰਨ ਲੱਗ ਪੈਂਦੇ ਆ ਔਰ ਆਪਣਾ ਦੁਸ਼ਪ੍ਰਭਾਵ ਜਿਹੜਾ ਦਿਖਾਉਣਾ ਸ਼ੁਰੂ ਕਰ ਦਿੰਦੇ ਆ। ਹੁਣ ਜਿਹੜੇ ਇਮਿਊਨਿਟੀ ਲੋ ਕਿੱਥੇ ਹੋਣੀ ਹੈ? ਦੇਖੋ ਕੋਵਿਡ ਨਾਲ ਰਿਲੇਸ਼ਨ ਕੀ ਹੈ ਕਿ ਕੋਵਿਡ ਦੇ ਵਿੱਚ ਕੀ ਹੋ ਰਿਹਾ ਹੈ, ਕਿਉਂਕਿ ਕੋਵਿਡ ਤੋਂ ਬਾਅਦ ਡਾਕਟਰ ਸਾਹਿਬ ਇੱਕਦਮ ਬਿਮਾਰੀ ਸਾਹਮਣੇ ਆਈ ਹੈ, ਕਿਉਂਕਿ ਪਹਿਲੇ ਦੇ ਬਾਰੇ ਪਤਾ ਵੀ ਨਹੀਂ ਸੀ, ਸ਼ਾਇਦ ਇਹ ਬਿਮਾਰੀ ਹੋਵੇ, ਲੋਕਾਂ ਨੂੰ ਪਤਾ ਵੀ ਨਹੀਂ ਸੀ ਬਲੈਕ ਫੰਗਸ ਕੀ ਹੈ। ਨਹੀਂ, ਕਿਉਂਕਿ ਰੇਅਰ ਸੀਗੀ, ਡਾਕਟਰਸ ਨੂੰ ਤਾਂ ਪਤਾ ਸੀਗਾ, ਲੇਕਿਨ ਪੇਸ਼ੈਂਟਸ ਇੰਨੀ ਜ਼ਿਆਦਾ ਅਵੇਅਰਨੈਸ ਨਹੀਂ ਸੀ ਇਹਦੇ ਬਾਰੇ। ਹੁਣ ਕਿਉਂਕਿ ਥੋੜਾ ਮੀਡੀਆ ਚਰਚਾ ਜ਼ਿਆਦਾ ਅਵੇਅਰ ਹੋ ਗਿਆ ਔਰ ਕੁਝ ਜ਼ਿਆਦਾ ਪੈਨਿਕ ਵੀ ਹੋ ਗਿਆ, ਜ਼ਰੂਰਤ ਤੋਂ ਜ਼ਿਆਦਾ ਵੀ ਹੋ ਗਿਆ। ਸਾਰਾ ਕਿਹਨੂੰ ਡਰਨਾ ਚਾਹੀਦਾ, ਕਿਹਨੂੰ ਨਹੀਂ ਡਰਨਾ ਚਾਹੀਦਾ, ਮੈਨੂੰ ਲੱਗਦਾ ਸਾਨੂੰ ਸਪਸ਼ਟ ਹੋਣਾ ਚਾਹੀਦਾ। ਦੇਖੋ ਜਿਹੜੀ ਕੋਵਿਡ ਆਪਣੇ ਆਪ 'ਚ ਇਮਿਊਨਿਟੀ ਲੋ ਕਰਦਾ ਹੈ, ਠੀਕ ਹੈ। ਜਿਹੜੇ ਸਾਡੇ CD4 ਔਰ CD8 ਸੈਲਸ ਮੇਨ ਜਿਹੜੇ ਸਾਡੇ ਸੈਲੂਲਰ ਇਮਿਊਨਿਟੀ 'ਚ ਹੈਲਪ ਕਰਦੇ ਆ, ਉਹ ਕੋਵਿਡ 'ਚ ਲੋ ਹੁੰਦੇ ਆ। ਲੇਕਿਨ ਉਹ ਪ੍ਰੋਲੋਂਗਡ ਕੋਵਿਡ ਵਿੱਚ, ਮੰਨ ਲਓ ਪੇਸ਼ੈਂਟ ਨੂੰ ਹਫਤੇ ਤੋਂ ਉੱਪਰ ਜੇ ਉਹ ਚੱਲਦਾ ਪਿਆ, ਉਹਨੂੰ ਲੰਬੇ ਸਮੇਂ ਤੱਕ ਹਸਪਤਾਲ ਰਹਿਣਾ ਪਿਆ, ਉਹਨਾਂ ਪੇਸ਼ੈਂਟ ਇਮਿਊਨਿਟੀ ਜ਼ਿਆਦਾ ਲੋ ਹੋਣ ਦੇ ਉਹ ਸੈਲਸ ਜਿਹੜੇ ਉਹ ਘਟਦੇ ਆ। डॉक्टर साहब, तो पहला केस डिटेक्ट होने क्या जा रहा है, क्योंकि सारी जानकारी के मुताबिक भी एक नवी बीमारी है। ਹੁਣ ਐਜ਼ ਅ ਡਾਕਟਰ ਤੁਸੀਂ ਦੱਸੋ, ਕਿਆ ਇਹ ਬਲੈਕ ਫੰਗਸ ਦਾ ਪਹਿਲਾ ਕੇਸ ਡਿਟੈਕਟ ਹੋਇਆ ਹੈ? ਕਿਆ ਇਸ ਤਰ੍ਹਾਂ ਦੇ ਪੇਸ਼ੈਂਟ ਤੁਹਾਡੇ ਕੋਲ ਪਹਿਲੇ ਵੀ ਆਉਂਦੇ ਰਹੇ ਹੈ? ਐਸਾ ਹੈ ਜੀ ਕਿ ਕੇਸਿਸ ਜਿਵੇਂ ਮੈਂ ਦੱਸਿਆ ਕਿ ਪਹਿਲੇ ਵੀ ਹੁੰਦੇ ਸੀਗੇ, ਲੇਕਿਨ ਹੁਣ ਉਸਦਾ ਨੰਬਰ ਜ਼ਿਆਦਾ ਵੱਧ ਗਿਆ ਹੈ। ਨੰਬਰ ਆਫ ਕੇਸਿਸ ਵੱਧ ਗਿਆ ਹੈ, ਕਿਉਂਕਿ ਕੋਵਿਡ ਨਾਲ ਉਹਦਾ ਰਿਲੇਸ਼ਨ ਅਸੀਂ ਬਣਾ ਰਹੇ ਹਾਂ, ਲੱਗ ਰਿਹਾ ਕਿ ਉਹਦੇ ਨਾਲ ਰਿਲੇਸ਼ਨ ਹੈ। ਮਲਟੀਪਲ ਕਾਰਨ ਨੇ ਉਸ ਦੇ ਵਿੱਚ। ਨੰਬਰ 1, ਕੋਵਿਡ ਆਪਣੇ ਆਪ ਦੇ ਵਿੱਚ ਉਹ ਇਮਿਊਨਿਟੀ ਨੂੰ ਲੋ ਕਰਦਾ ਹੈ, ਖਾਸ ਕਰਕੇ ਜਦੋਂ ਕੋਵਿਡ ਲੰਬਾ ਚੱਲਦਾ ਹੈ, ਬਿਯੋਂਡ 1 ਵੀਕ ਜਦੋਂ ਚੱਲਦਾ ਹੈ, ਤਾਂ ਸਾਡੇ CD4 CD8 ਸੈਲਸ ਜਿਹੜੇ ਘਟਦੇ ਆ, ਤਾਂ ਉਹ ਇਸ ਦੇ ਵਿੱਚ ਕੰਟਰੀਬਿਊਟ ਕਰਦੇ ਆ। ਫਿਰ ਜਿਹੜਾ ਪੇਸ਼ੈਂਟ ਡਾਇਬੀਟਿਕ ਹੈ, ਉਹ ਡਾਇਬਟੀਜ਼ ਆਪਣੇ ਆਪ 'ਚ ਇਮਿਊਨਿਟੀ ਘਟਾਉਂਦੀ ਹੈ। ਉਹ ਜਦੋਂ ਡਾਇਬੀਟਿਕ ਨੂੰ, ਅਨਕੰਟਰੋਲ ਡਾਇਬੀਟਿਕ ਨੂੰ ਖਾਸ ਕਰਕੇ ਕੋਵਿਡ ਵੀ ਹੋ ਗਿਆ ਤੇ ਉਹ ਡਬਲ ਹੋ ਗਿਆ। ਜਦੋਂ ਸਟੀਰੋਇਡ ਦਿੱਤੇ ਜਾਂਦੇ ਆ, ਤੀਸਰਾ ਸਟੀਰੋਇਡ ਨੇ ਵੀ ਇਮਿਊਨਿਟੀ ਘਟਾਣੀ ਹੈ। ਸੋ ਜਦੋਂ ਇਹ ਸਾਰੇ ਫੈਕਟਰਸ ਮਿਲਦੇ ਹੈ ਤਾਂ ਉਸ ਦੇ ਵਿੱਚ ਉਹ ਹੋਣ ਦੀ ਪੋਸੀਬਿਲਿਟੀ ਉਹ ਜ਼ਿਆਦਾ ਹੋ ਜਾਏਗੀ। ਮਤਲਬ ਮਲਟੀਪਲ ਜਦੋਂ ਐਡ ਹੁੰਦੇ ਜਾਣਗੇ। ਹੁਣ ਜਿਸ ਤਰ੍ਹਾਂ ਇਮਿਊਨਿਟੀ ਸਿਰਫ ਆਪਾਂ ਡਾਇਬਟੀਜ਼ ਨਾਲ ਜਾਂ ਸਟੀਰੋਇਡ ਨਾਲ ਰਿਲੇਟ ਕਰੀਏ, ਜਿਸ ਤਰ੍ਹਾਂ ਫੋਰ ਐਗਜ਼ਾਮਪਲ HIV ਹੈ, ਏਡਜ਼ ਹੈ। ਹੁਣ ਏਡਜ਼ ਦੀ ਫੁੱਲ ਫਾਰਮ ਕੀ ਹੈ? ਐਕਵਾਇਰਡ ਇਮਿਊਨੋ ਡੈਫੀਸ਼ੀਐਂਸੀ ਸਿੰਡਰੋਮ। ਜੀ, ਉਹ ਹੈ ਇਮਿਊਨੋ ਡੈਫੀਸ਼ੀਐਂਸੀ, ਉਹਦੇ ਉਹ ਪ੍ਰੋਨ ਹੈ। ਕਿਸੇ ਨੂੰ ਆਰਗਨ ਟ੍ਰਾਂਸਪਲਾਂਟ ਹੋਇਆ, ਮੰਨ ਲਓ ਕਿਸੇ ਨੂੰ ਕਿਡਨੀ ਟ੍ਰਾਂਸਪਲਾਂਟ ਹੋਇਆ, ਉਹਦੀ ਇਮਿਊਨਿਟੀ ਵੀ ਲੋ ਹੈ। ਉਹਦੇ ਵਿੱਚ ਕਿਉਂਕਿ ਇਮਿਊਨੋ ਸਪਰੈਸੈਂਟ ਡਰੱਗਸ ਦਿੱਤੀਆਂ ਜਾਂਦੀਆਂ, ਉਹਦੀ ਇਮਿਊਨਿਟੀ ਲੋ ਹੈ। ਸੋ ਕਿਸੇ ਵੀ ਕਾਰਨ ਤੋਂ ਇਮਿਊਨਿਟੀ ਲੋ ਹੈ, ਉਹਦੇ ਵਿੱਚ ਪ੍ਰੋਨ ਹੋਏਗਾ। ਹੁਣ ਇਹਦੇ ਵਿੱਚ ਦੈਟ ਡਜ਼ ਨਾਟ ਮੀਨ ਕਿ ਸਟੀਰੋਇਡ ਵਿਲਨ ਹੋ ਗਏ। ਜੀ, ਇਹ ਚੀਜ਼ ਬੜੀ ਸਾਨੂੰ ਸਪਸ਼ਟ ਸਮਝਣ ਦੀ ਜ਼ਰੂਰਤ ਹੈ
ਕਿ ਬਹੁਤ ਸਾਰੇ ਲੋਕ ਜਿਹੜੇ ਆ ਨਾ ਉਹ ਥੋੜਾ ਕਮੈਂਟਸ ਕਰਕੇ ਦੇਖੋ ਸਟੀਰੋਇਡ ਦੇ ਦੇ ਕੇ ਬਿਮਾਰੀ ਫੈਲਾਤੀ। ਇਟਸ ਨਾਟ ਲਾਈਕ ਦੈਟ। ਜਦੋਂ ਸਟੀਰੋਇਡ ਦਿੱਤੇ ਗਏ ਉਦੋਂ ਸਟੀਰੋਇਡ ਐਸ ਲਈ ਦਿੱਤੇ ਗਏ ਕਿਉਂਕਿ ਉਸ ਲਈ ਮਰੀਜ਼ ਨੂੰ ਬਚਾਉਣ ਵਾਸਤੇ ਜ਼ਰੂਰੀ ਸੀ। ਜੇ ਉਸ ਲਈ ਸਟੀਰੋਇਡ ਨਾ ਦਿੱਤੇ ਜਾਂਦੇ ਤੇ ਫੰਗਸ ਤੇ ਕਿਸੇ ਨੂੰ ਬਣਨੀ ਹੈ ਤੇ ਸ਼ਾਇਦ ਪੇਸ਼ੈਂਟ ਬਚਦਾ ਹੀ ਨਾ। ਸੋ ਹਰ ਚੀਜ਼ ਦੀ ਇੱਕ ਜੁਡੀਸ਼ੀਅਸ ਯੂਜ਼ ਜਿਹੜੀ ਉਹ ਹੋਣੀ ਚਾਹੀਦੀ ਹੈ। ਪ੍ਰੋਬਲਮ ਕਿੱਥੇ ਆਉਂਦੀ ਹੈ ਕਿ ਜਿਸ ਤਰ੍ਹਾਂ ਇੱਕ ਪੇਸ਼ੈਂਟ ਹੈ, ਉਸ ਨੂੰ ਇੱਕ ਟ੍ਰੀਟਮੈਂਟ ਦਿੱਤਾ ਗਿਆ, ਉਸ ਨੂੰ ਸਟੀਰੋਇਡ ਲੋਡ ਸੀ, ਉਸ ਨੂੰ ਦੇ ਦਿੱਤਾ ਗਿਆ, ਉਹ ਪੇਸ਼ੈਂਟ ਠੀਕ ਹੋ ਗਿਆ। ਹੁਣ ਉਹ ਪ੍ਰਸਕ੍ਰਿਪਸ਼ਨ ਜਿਹੜੀ ਹੈ, ਖਾਸ ਕਰਕੇ ਟੈਲੀ ਕੰਸਲਟੇਸ਼ਨ ਜੋ ਅਸੀਂ WhatsApp ਤੇ ਕਿਉਂਕਿ ਪੇਸ਼ੈਂਟ ਨੂੰ ਗਾਈਡ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਪੇਸ਼ੈਂਟ ਬਾਕੀ ਮਿਕਸਅਪ ਨਾ ਹੋਵੇ, ਉਹ ਪ੍ਰਸਕ੍ਰਿਪਸ਼ਨ ਉਹ ਪੂਰੇ ਸ਼ਹਿਰ 'ਚ ਪੂਰੇ ਹਿੰਦੁਸਤਾਨ 'ਚ ਘੁੰਮਦੀ ਹੈ। ਉਹ ਆਪਣੇ ਰਿਸ਼ਤੇਦਾਰ ਨੂੰ, ਦੋਸਤ ਨੂੰ, ਹਾਂ ਮੈਂ ਦਵਾਈ ਖਾਧੀ ਠੀਕ ਹੋ, ਤੂੰ ਵੀ ਖਾ ਲੈ। ਸੋ ਇੱਕ ਨੂੰ ਜੇ ਸਟੀਰੋਇਡ ਸੈਲਫ ਮੈਡੀਕੇਸ਼ਨ, ਜਿਹਨੂੰ ਸਟੀਰੋਇਡ ਚਾਹੀਦਾ ਹੈ, ਕਿੰਨੀ ਡੋਜ਼ ਚਾਹੀਦਾ ਹੈ, ਕਦੋਂ ਚਾਹੀਦਾ ਹੈ, ਕਿੰਨੀ ਦੇਰ ਲਈ ਚਾਹੀਦਾ ਹੈ, ਡਾਕਟਰ ਦੱਸੇਗਾ, ਉਹਦੇ ਮੁਤਾਬਕ ਦੇਖਿਆ ਜਾਏਗਾ। ਹਾਂ ਉਸ ਨੂੰ ਉਹਦੇ ਨਾਲ ਠੀਕ ਹੋਇਆ ਸੀਗਾ ਤੇ ਚਲੋ ਮੈਂ ਵੀ ਖਾ ਲਾਂ, ਤੂੰ ਵੀ ਖਾ ਲੈ। ਸੋ ਉਹਦੇ ਕਰਕੇ ਜ਼ਿਆਦਾ ਗੜਬੜ ਹੁੰਦੀ ਹੈ। ਅੱਛਾ ਡਾਕਟਰ ਸਾਹਿਬ, ਜਿਵੇਂ ਇਹ ਬਲੈਕ ਫੰਗਸ ਨੱਕ ਨੂੰ ਜਾਂ ਕੰਨ ਨੂੰ, ਜਬੜੇ ਨੂੰ ਜਾਂ ਅੱਖ ਨੂੰ ਕਿੰਨਾ ਕੁ ਡੈਮੇਜ ਕਰਦੀ ਹੈ? ਯੈਸ, ਦੇਖੋ ਇਸ ਤਰ੍ਹਾਂ ਜਿਵੇਂ ਮੈਂ ਤੁਹਾਨੂੰ ਸ਼ੁਰੂ 'ਚ ਦੱਸਿਆ ਕਿ ਫੰਗਸ ਜਿਹੜੀ ਹੈ ਨਾ ਇਹ ਡੈਡ ਟਿਸ਼ੂ ਉੱਪਰ ਸਰਵਾਈਵ ਕਰਦੀ ਹੈ। ਜਿਹੜਾ ਜਿਵੇਂ ਫਰੂਟ ਸਾਡਾ ਗਲ ਗਿਆ ਉਹ ਫੰਗਸ ਗਰੋ ਕਰ ਰਹੀ ਹੈ, ਉਹਨੂੰ ਖਾਂਦੀ ਪਈ ਹੈ ਉਹ। ਸੋ ਡੈਡ ਟਿਸ਼ੂ ਇਹਦਾ ਮੀਲ ਹੈ, ਇਹਦਾ ਫੂਡ ਡੈਡ ਟਿਸ਼ੂ ਹੈ। ਔਰ ਇਨਸਾਨ ਦੇ ਅੰਦਰ ਕਿਸ ਤਰ੍ਹਾਂ ਐਕਟ ਕਰਦੀ ਹੈ, ਇਹਨੂੰ ਐਂਜੀਓ ਇਨਵੇਜਨ ਕਹਿੰਦੇ ਆ। ਇਹ ਜਿਹੜੀ ਸਾਡੀ ਬਲੱਡ ਸਪਲਾਈ ਹੈ ਨਾ, ਬਲੱਡ ਵੈਸਲਸ, ਉਹਨੂੰ ਅਟੈਕ ਕਰਦੀ ਹੈ। ਬਲੱਡ ਵੈਸਲ ਜਦੋਂ ਡੈਮੇਜ ਕਰੇਗੀ ਤਾਂ ਉਸ ਏਰੀਆ ਦੀ ਬਲੱਡ ਸਪਲਾਈ ਬੰਦ ਹੋ ਗਈ। ਜਿਸ ਏਰੀਆ ਦੀ ਬਲੱਡ ਸਪਲਾਈ ਬੰਦ ਹੋ ਗਈ ਤਾਂ ਉਹ ਬਲੱਡ ਸਪਲਾਈ ਬੰਦ ਹੋ, ਏਰੀਆ ਡੈਡ ਹੋ ਗਿਆ, ਡੈਡ ਟਿਸ਼ੂ ਬਣ ਗਿਆ। ਔਰ ਡੈਡ ਟਿਸ਼ੂ ਹੋ ਗਿਆ ਮੀਨਸ ਮਿਊਕਰ ਦੀ ਪਾਰਟੀ ਹੋ ਗਈ, ਰਾਈਟ, ਉਹਦਾ ਫੀਸਟ ਹੋ ਗਿਆ। ਸੋ ਡੈਡ ਟਿਸ਼ੂ ਖਾਣਾ ਸ਼ੁਰੂ ਕਰ ਦੇਗੀ, ਉਹ ਬਲੈਕ ਫੰਗਸ ਉਹ ਜਿੰਨੀ ਖਾਈ ਜਾਏਗੀ ਉਨੀ ਹੋਰ ਸਟਰੋਂਗ ਹੋਰ ਅੱਗੇ ਵਧੀ ਚੱਲੇਗੀ। ਔਰ ਜਿਸ ਤਰ੍ਹਾਂ ਸੇ ਡੈਡ ਟਿਸ਼ੂ ਅੱਗੇ ਵੱਧਦਾ ਚੱਲੇਗਾ, ਸਾਡੀ ਬਲੱਡ ਵੈਸਲਸ ਕਲੌਟ ਹੁੰਦੀਆਂ ਜਾਣਗੀਆਂ, ਉਹਦੇ ਨਾਲ ਹੋਰ ਡੈਡ ਟਿਸ਼ੂ ਕ੍ਰੀਏਟ ਹੁੰਦਾ ਜਾਏਗਾ ਤੇ ਹੱਡੀ ਗਲਦੇ ਗਲਦੇ ਉਹ ਡਿਜ਼ੀਜ਼ ਅੱਗੇ ਚੱਲਦੀ ਰਹਿੰਦੀ ਹੈ। ਸ਼ੁਰੂ ਨੋਜ਼ ਤੋਂ ਹੋਣਾ ਇਹਨੇ ਜੀ, ਸਾਈਨਸ ਜਾਏਗੀ ਜੀ, ਉਹ ਕਿਉਂਕਿ ਜੋ ਸਾਈਨਸ ਹੈ ਨਾਲ ਹੀ ਉੱਪਰ ਆਈ ਸ਼ੁਰੂ ਹੋ ਗਈਆਂ, ਨਾਲ ਹੀ ਪਿੱਛੇ ਬ੍ਰੇਨ ਸ਼ੁਰੂ ਹੋ ਗਿਆ। ਸਰ ਬ੍ਰੇਨ 'ਚ ਵੀ ਚਲੀ ਜਾਂਦੀ ਫੰਗਸ? ਆਫ ਕੋਰਸ ਜਾ ਸਕਦੀ ਹੈ। ਸੋ ਜਦੋਂ ਇਹਨੇ ਇੱਕ ਵਾਰੀ ਪ੍ਰੋਸੈਸ ਸ਼ੁਰੂ ਹੋ ਗਿਆ ਤੇ ਜੇ ਅਸੀਂ ਟਾਈਮਲੀ ਇੰਟਰਵੈਂਸ਼ਨ ਨਹੀਂ ਕਰਦੇ ਤਾਂ ਇਹਨੇ ਅੱਗੇ ਗਰੋ ਕਰਦੇ ਜਾਣਾ ਹੈ। ਇਹ ਕੋਈ ਡਰਨ ਵਾਲੀ ਚੀਜ਼ ਨਹੀਂ ਹੈ, ਡਰਨ ਵਾਲੀ ਹੈ ਵੀ ਹੈ। ਜਿਹੜੇ ਇੰਟਰਨੈਸ਼ਨਲ ਡਾਟਾ ਹੈ ਉਹਦੇ ਮੁਤਾਬਕ ਮਿਊਕਰਮਾਈਕੋਸਿਸ ਵਿੱਚ ਜਿਹੜਾ ਮੋਰਟੈਲਿਟੀ ਰੇਟ ਹੈ, ਡੈਥ ਰੇਟ ਆਫ 54% ਹੈ। ਜਿਹਨੂੰ ਹੋ ਜਾਏ ਯੈਸ, ਜਿਹਨੂੰ ਮਿਊਕਰਮਾਈਕੋਸਿਸ ਹੋ ਜਾਏ ਤਾਂ 54% ਲੋਕ ਜਿਹੜੇ ਆ ਉਹ ਉਹਨਾਂ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਹੈ। ਇੰਟਰਨੈਸ਼ਨਲ ਡਾਟਾ ਹੈ। ਤੇ ਡਾਕਟਰ ਸਾਹਿਬ ਕਿਆ ਜਿਵੇਂ ਦੇਖੋ ਹੁਣੇ ਤੁਹਾਡੇ ਕੋਲ ਇੱਕ ਨਵਾਂ ਕੇਸ ਆਇਆ ਜੀ, ਜਿਹਦਾ ਤੁਸੀਂ 1-2 ਦਿਨਾਂ ਬਾਅਦ ਆਪਰੇਟ ਵੀ ਕਰੋਗੇ, ਤੇ ਡਾਕਟਰ ਸਾਹਿਬ ਸਸਪੈਕਟਡ ਕੇਸ ਹੈ, ਉਹਨੂੰ ਡਿਟੈਕਟ ਹੁੰਦਿਆਂ ਕਿੰਨਾ ਟਾਈਮ ਲੱਗਦਾ? ਯੈਸ ਐਗਜ਼ੈਕਟਲੀ। ਸੋ ਦੈਟ ਇਜ਼ ਵੈਰੀ ਇੰਪੋਰਟੈਂਟ ਕਿ ਅਸੀਂ ਦੇਖੋ ਇਸ ਤਰ੍ਹਾਂ ਹੈ ਕਿ ਕੋਈ ਵੀ ਡਿਜ਼ੀਜ਼ ਹੈ, ਖਾਸ ਕਰਕੇ ਇਹੋ ਜਿਹੀ ਡੈਡਲੀ ਡਿਜ਼ੀਜ਼, ਇਸ ਦੇ ਵਿੱਚ ਸੋਸਾਇਟੀ ਨੇ, ਮੈਡੀਕਲ ਪ੍ਰੋਫੈਸ਼ਨ ਨੇ ਮਿਲ ਕੇ ਇਸ ਨੂੰ ਫਾਈਟ ਕਰਨਾ ਹੈ। ਜਲਦੀ ਡਿਟੈਕਸ਼ਨ ਕਿਸ ਤਰ੍ਹਾਂ ਹੋਏਗੀ? ਐਜ਼ ਡਾਕਟਰਸ ਅਸੀਂ ਗਾਈਡ ਕਰਾਂਗੇ, ਪੇਸ਼ੈਂਟ ਉਹਨਾਂ ਸਿੰਪਟਮਸ ਤੋਂ ਅਵੇਅਰ ਹੋਏਗਾ। ਸਭ ਤੋਂ ਸਟਾਰਟ ਕਿੱਥੋਂ ਹੋਏਗਾ ਕਿ ਸਿਰਫ ਹਲਕਾ ਜਿਹਾ ਨਬਨੈਸ ਹੋ ਰਹੀ ਹੈ, ਇੱਥੇ ਜੀ ਥੋੜਾ ਸੁੰਨਪਨ ਲੱਗਦਾ ਪਿਆ ਨੱਕ ਦੇ ਕੋਲ, ਇੱਥੇ ਨੱਕ ਦੇ ਕੋਲ, ਚੀਕ ਦੇ ਕੋਲ। ਥੋੜਾ ਹੋਰ ਪ੍ਰੋਬਲਮ ਵਧੇਗੀ ਤੇ ਅੱਖ 'ਚ ਥੋੜਾ ਭਾਰੀਪਨ ਲੱਗਣਾ ਸ਼ੁਰੂ ਹੋ ਸਕਦਾ ਹੈ, ਥੋੜਾ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਸਕਦੀ ਹੈ। ਮਤਲਬ ਇਹ ਲੱਛਣ ਹੈ, ਇਹ ਲੱਛਣ ਹੈ। ਜਿਸ ਤਰ੍ਹਾਂ ਵਧੇਗੀ, ਥੋੜੀ ਹੋਰ ਡਿਜ਼ੀਜ਼ ਵਧੀ, ਅੱਖ ਦੀ ਥੋੜੀ ਸਵੈਲਿੰਗ, ਸੋਰਿਸ਼ ਆਉਣੀ ਸ਼ੁਰੂ ਹੋ ਗਈ, ਪੇਨ ਵਧਣੀ ਸ਼ੁਰੂ ਹੋ ਗਈ, ਅੱਖ ਦੀ ਮੂਵਮੈਂਟ ਘਟਣੀ ਸ਼ੁਰੂ ਹੋ ਗਈ, ਅੱਖ ਮੂਵ ਕਰਦੀ ਹੈ। ਆ ਜਾਂਦੇ ਜੇ ਬਲੈਕ ਹਾਂ ਬਿਲਕੁਲ, ਜਦੋਂ ਇਸ ਤਰ੍ਹਾਂ ਕਰਦੇ ਕਰਦੇ ਸਕਿਨ ਮੰਨ ਲਓ ਅੰਦਰੋਂ ਬੋਨ ਤੋਂ ਸਕਿਨ ਵੱਲ ਆ ਗਈ, ਸਾਨੂੰ ਇੱਥੇ ਬਲੈਕ ਇੱਥੇ ਨਜ਼ਰ ਆਉਣੇ ਸ਼ੁਰੂ ਹੋ ਜਾਣਗੇ। ਇਸ ਤਰ੍ਹਾਂ ਹੀ ਪਿੱਛੇ ਚੱਲਦੇ ਜੋ ਆਈ ਦੇ ਅੰਦਰ ਐਂਟਰ ਕਰ ਸਕਦੀ ਹੈ, ਇਸ ਤਰ੍ਹਾਂ ਬ੍ਰੇਨ 'ਚ ਐਂਟਰ ਕਰ ਸਕਦੀ ਹੈ। ਸੋ ਇਸ ਕਰਕੇ ਜਿੰਨੀ ਜਲਦੀ ਅਸੀਂ ਇਸ ਨੂੰ ਡਿਟੈਕਟ ਕਰਾਂਗੇ, ਉਨਾ ਹੀ ਉਸ ਦਾ ਟ੍ਰੀਟਮੈਂਟ ਸੌਖਾ, ਉਨਾ ਸਸਤਾ ਤੇ ਉਨਾ ਇਫੈਕਟਿਵ। ਔਰ ਜਿੰਨਾ ਲੇਟ ਕਰਾਂਗੇ ਉਨਾ ਹੀ ਮਹਿੰਗਾ, ਉਨਾ ਹੀ ਔਖਾ ਤੇ ਉਨਾ ਹੀ ਮਤਲਬ ਮਰੀਜ਼ ਨੂੰ ਖੁਦ ਅਵੇਅਰ, ਆਪਣਾ ਡਾਕਟਰ ਆਪ ਬਣਨਾ ਪਏਗਾ, ਮੈਨੂੰ ਇਹ ਪ੍ਰੋਬਲਮ ਹੋ ਰਹੀ ਹੈ, ਮੈਂ ਡਾਕਟਰ ਐਗਜ਼ੈਕਟਲੀ। ਬਟ ਉਹਦੇ ਵਿੱਚ ਅਗੇਨ ਜਿਹਨੂੰ ਨਬਨੈਸ ਹੋਈ ਹੈ, ਦੈਟ ਡਸ ਨਾਟ ਮੀਨ ਕਿ ਉਹ ਮਿਊਕਰ ਹੋ ਗਿਆ। ਮਤਲਬ ਇਹ ਸਸਪੀਸ਼ੀਅਸ ਸਿੰਪਟਮ, ਜਿਹਨੂੰ ਅੱਖ 'ਚ ਦਰਦ ਹੋ ਮਿਊਕਰ, ਇਟਸ ਨਾਟ ਲਾਈਕ ਦੈਟ। ਮਤਲਬ ਇਹ ਸਿੰਪਟਮ ਜੇ ਕਿਸੇ ਵੀ ਪੇਸ਼ੈਂਟ ਨੂੰ ਆਉਂਦੇ ਆ ਤਾਂ ਉਹਨੂੰ ਜਲਦੀ ਆਪਣਾ ਚੈੱਕਅਪ ਕਰਾਉਣਾ ਚਾਹੀਦਾ, ਖਾਸ ਕਰਕੇ ਜੇ ਉਹ ਰਿਸਕ ਕੈਟੇਗਰੀ 'ਚ ਆਉਂਦਾ ਹੈ। ਹਾਈ ਰਿਸਕ ਕੈਟੇਗਰੀ ਫਿਰ ਮੈਂ ਦੱਸ ਦੇਵਾਂ, ਜਿਨ੍ਹਾਂ ਨੂੰ ਡਾਇਬਟੀਜ਼, ਬਲੱਡ ਪ੍ਰੈਸ਼ਰ, ਆਰਗਨ ਟ੍ਰਾਂਸਪਲਾਂਟੇਸ਼ਨ ਜਾਂ ਕਿਸੇ ਹੋਰ ਕਾਰਨ ਤੋਂ, ਕੋਵਿਡ, ਏਡਜ਼ ਵਾਲਾ ਪੇਸ਼ੈਂਟ, ਕੋਵਿਡ, ਪ੍ਰੋਲੌਂਗਡ ਹਸਪੀਟਲ ਸਟੇ ਵਾਲਾ ਕੋਵਿਡ, ਅਨਕੰਟਰੋਲਡ ਡਾਇਬਟੀਜ਼, ਉਹ ਪੇਸ਼ੈਂਟ। ਸੋ ਉਹਨਾਂ ਦੇ ਵਿੱਚ ਜਾਂ ਜਿਹਨੂੰ ਸਟੀਰੋਇਡ ਵੀ ਨਾਲ ਲਏ, ਸੋ ਉਹਨਾਂ ਦੇ ਵਿੱਚ ਇਹਦੀ ਪੋਸੀਬਿਲਿਟੀ ਜ਼ਿਆਦਾ ਹੋਏਗੀ। ਸੋ ਇਸ ਕਰਕੇ ਉਹਨਾਂ ਨੂੰ ਜ਼ਿਆਦਾ ਅਲਰਟ ਰਹਿਣਾ। ਇਹ ਦੇਖਣ ਚ ਆ ਰਿਹਾ ਕਿ ਇੱਕ ਇੰਜੈਕਸ਼ਨ ਆਉਂਦਾ ਹੈ ਐਮਫੋਟਰੀਸ਼ਨ ਬੀ ਜੀ, ਵੀ ਇਹ ਕੀ ਇਹਦੇ ਬਲੈਕ ਫੰਗਸ 'ਚ ਇੰਜੈਕਸ਼ਨ ਅਸਰਕਾਰਕ ਹੈ? ਇਹਦੀ ਤਾਂ ਕਈ ਜਗ੍ਹਾ ਸ਼ਾਰਟੇਜ ਵੀ ਬਹੁਤ ਜ਼ਿਆਦਾ ਹੋ ਗਈ ਹੈ। ਬਿਲਕੁਲ, ਇਹ ਐਸਾ ਹੈ ਕਿ ਇਸ ਦਾ ਜੋ ਟ੍ਰੀਟਮੈਂਟ ਹੈ, ਉਹਦੇ ਟ੍ਰੀਟਮੈਂਟ 2 ਪਾਰਟ ਹੈ।
ਇੱਕ ਮੈਡੀਕਲ ਪਾਰਟ ਹੈ, ਇੱਕ ਸਰਜੀਕਲ ਪਾਰਟ ਹੈ। ਦੇਖੋ ਇਸ ਤਰ੍ਹਾਂ ਹੈ ਕਿ ਜਿਹੜਾ ਐਂਫੋਟੈਰੀਸਿਨ ਬੀ ਹੈ ਜਾਂ ਕੋਈ ਵੀ ਅਸੀਂ ਐਂਟੀ ਫੰਗਲ ਟ੍ਰੀਟਮੈਂਟ ਦਿੰਦੇ ਆ ਤਾਂ ਉਸਨੇ ਬੇਸਿਕਲੀ ਫੰਗਸ ਦਾ ਕਿਸ ਤਰ੍ਹਾਂ ਪਹੁੰਚਣਾ ਹੈ, ਬਲੱਡ ਦੇ ਥਰੂ। ਅਸੀਂ ਉਹਦਾ ਇੰਜੈਕਸ਼ਨ ਗਿਆ, ਉਹ ਬਲੱਡ ਥਰੂ ਪਹੁੰਚਿਆ, ਬਿਕੋਜ਼ ਉਹ ਏਰੀਆ ਆਲਰੇਡੀ ਡੈਡ ਹੈ, ਜਿੱਥੇ ਫੰਗਸ ਗਰੋ ਕਰਦੀ ਪਈ ਹੈ ਉੱਥੇ ਬਲੱਡ ਸਪਲਾਈ ਤਾਂ ਪਹਿਲੇ ਖਤਮ ਹੋ ਚੁੱਕੀ ਹੈ, ਉੱਥੇ ਉਹ ਮੈਡੀਸਿਨ ਪਹੁੰਚਣੀ ਨਹੀਂ ਹੈ। ਸੋ ਇਸ ਕਰਕੇ ਜਿਹੜਾ ਡੈਡ ਟਿਸ਼ੂ ਹੈ ਉਸ ਨੂੰ ਤਾਂ ਸਰਜੀਕਲੀ ਹੀ ਰਿਮੂਵ ਕਰਨਾ ਪਏਗਾ। ਲੇਕਿਨ ਜਿਹੜਾ ਸਰਜੀਕਲੀ ਰਿਮੂਵ ਟਿਸ਼ੂ ਕਰ ਦਿੱਤਾ, ਜਿੱਥੇ ਤੱਕ ਬਲੱਡ ਸਪਲਾਈ ਆ ਰਹੀ ਸੀ, ਜਿੱਥੇ ਫੰਗਸ ਹਜੇ ਹੈਗੀ ਹੈ ਲੇਕਿਨ ਟਿਸ਼ੂ ਡੈਡ ਨਹੀਂ ਹੋਇਆ, ਉਸ ਦੇ ਉੱਪਰ ਉਹ ਮੈਡੀਸਿਨ ਐਡ ਕਰੇਗੀ। ਸੋ ਦ ਟ੍ਰੀਟਮੈਂਟ ਹੈਜ਼ ਟੂ ਬੀ ਸਰਜੀਕਲ ਪਲਸ Medically. Alone medicine will not help, alone surgery will not help. So it has to be combined. ਲੋਕਾਂ ਨੂੰ ਪੈਨਿਕ ਨਹੀਂ ਹੋਣਾ ਚਾਹੀਦਾ, ਜਿਹੜਾ ਅੱਜਕੱਲ ਪੈਨਿਕ ਬਹੁਤ ਹੋ ਗਿਆ ਹੈ। ਦੇਖੋ ਐਸਾ ਹੈ ਕਿ ਇਹਦੇ ਵਿੱਚ ਨਾ ਥੋੜਾ ਜਿਹਾ ਡਿਫਰੈਂਸ ਸਮਝਣਾ ਬੜਾ ਜ਼ਰੂਰੀ ਹੈ ਕਿ ਕੌਨਸ਼ੀਅਸ ਹੋਣਾ ਔਰ ਪੈਨਿਕ ਹੋਣਾ ਦੋਨੋਂ ਡਿਫਰੈਂਟ ਹੈ। ਅਸੀਂ ਬਿਲਕੁਲ ਪਰਵਾਹ ਨਾ ਕਰੀਏ ਉਹ ਵੀ ਗਲਤ ਹੈ, ਲੇਕਿਨ ਅਸੀਂ ਹਰ ਵੇਲੇ ਡਰ 'ਚ ਹੀ ਬੈਠੇ ਰਹੀਏ ਉਹ ਵੀ ਗਲਤ ਹੈ ਜੀ। ਸੋ ਸਾਨੂੰ ਆਪਣੇ ਇਹਨਾਂ ਸਿੰਪਟਮਸ ਬਾਰੇ, ਜਿਹੜੇ ਹਾਈ ਰਿਸਕ ਪੇਸ਼ੈਂਟ ਜਿਵੇਂ ਪਹਿਲੇ ਦੱਸਿਆ, ਉਹਨੂੰ ਅਲਰਟ ਰਹਿਣਾ ਚਾਹੀਦਾ ਹੈ, ਉਹਨੂੰ ਇਗਨੋਰ ਨਹੀਂ ਕਰਨਾ ਚਾਹੀਦਾ। ਦੈਟ ਡਜ਼ ਨਾਟ ਮੀਨ ਕਿ ਹਰ ਪੇਸ਼ੈਂਟ ਬਾਰ-ਬਾਰ ਇੱਥੇ ਹੱਥ ਕਰਕੇ ਦੇਖਦਾ ਰਹੇ ਕਿ ਮੈਨੂੰ ਨੰਬਨੈਸ ਨਹੀਂ ਹੋ ਗਈ, ਮੈਨੂੰ ਪੇਨ ਤਾਂ ਨਹੀਂ, ਐਵੇਂ ਮਤਲਬ ਫੀਲ ਕਰਦਾ ਰਹੇ, ਉਹ ਵੀ ਪੈਨਿਕ ਨਹੀਂ ਹੋਣਾ ਚਾਹੀਦਾ। ਅੱਛਾ ਡਾਕਟਰ ਸਾਹਿਬ, ਕਿਆ ਹੈ ਮੂੰਹ ਦੇ ਅੰਦਰ ਵੀ ਚਲੀ ਜਾਂਦੀ ਹੈ? ਬਿਲਕੁਲ ਮੂੰਹ 'ਚ ਵੀ ਆਏਗੀ। ਦੇਖੋ ਨਾ, ਜਦੋਂ ਮੇਨ ਨੋਜ਼ ਤੋਂ ਕਰਕੇ ਇਹ ਮੈਗੂਲਰ ਸਾਈਨ ਜਿਹੜਾ ਸਭ ਤੋਂ ਵੱਡਾ ਸਾਈਨ ਇੱਥੇ ਜਦੋਂ ਆ ਗਈ, ਇੱਥੋਂ ਜੇ ਇਰੋਡ ਹੋਈ ਤਾਂ ਪੈਲੇਟ 'ਚ ਆ ਜਾਏਗੀ। ਕਈ ਵਾਰੀ ਮੂੰਹ ਦੇ ਵਿੱਚ ਵੀ ਜਿਹੜਾ ਤਾਰੂ ਸਾਡਾ ਫਟ ਜਾਂਦਾ ਉਹਦੇ ਨਾਲ, ਜਿਹਦੇ ਵਿੱਚ ਸਾਨੂੰ ਉੱਥੇ ਬਲੈਕ ਸਪੌਟ ਨਜ਼ਰ ਆਉਣ ਲੱਗ ਪੈਂਦੇ। ਸੋ ਜਦੋਂ ਉਹਨੇ ਗਰੋ ਕਰਨਾ ਤੇ ਆਸੇ-ਪਾਸੇ ਕਿਸੇ ਪਾਸੇ ਬਹੁਤ ਸਾਰੀ ਚੀਕ ਤੋਂ ਬਾਹਰ ਆ ਜਾਂਦੀ ਹੈ, ਇੱਥੇ ਬਾਹਰ ਨਜ਼ਰ ਆਉਣ ਲੱਗ ਪੈਂਦੀ ਹੈ, ਇੱਧਰ ਆ ਜਾਂਦੀ ਹੈ। ਹੁਣ ਜਦੋਂ ਤੁਸੀਂ ਇੱਕ ਪੁੱਛਿਆ ਸੀਗਾ ਅੱਖ ਲੈ ਰਹੀ ਹੈ, ਹੁਣ ਜੇ ਅਸੀਂ ਇਹਨੂੰ ਅੱਖ 'ਚ ਪਹੁੰਚਣ ਤੋਂ ਪਹਿਲੇ ਟ੍ਰੀਟ ਕਰਨਾ, ਫਿਰ ਅੱਖ ਕਿਉਂ ਕਰਨੀ ਪਏਗੀ? ਲੇਕਿਨ ਪਹਿਲੇ ਅਸੀਂ ਇਗਨੋਰ ਕਰਾਂਗੇ, ਅੱਖ ਤੱਕ ਪਹੁੰਚ ਗਈ ਤੇ ਫਿਰ ਸਾਨੂੰ ਜਾਨ ਬਚਾਉਣ ਵਾਸਤੇ ਅੱਖ ਦਾ ਤਿਆਗ ਕਰਨਾ ਪਏਗਾ। ਜੀ ਜੀ ਡਾਕਟਰ ਸਾਹਿਬ, ਇਹਦੀਆਂ ਮਤਲਬ ਕਿਆ ਦਵਾਈਆਂ ਉਪਲਬਧ ਨੇ? ਇਹ ਬਿਲਕੁਲ ਠੀਕ ਕਿਉਰੇਬਲ ਹੈ? ਦੇਖੋ ਐਸਾ ਹੈ ਕਿ अर्ली डिटेक्शन, ਹਾਂ ਬਿਲकुल अर्ली डिटेक्शन ਹੋਵੇ, ਡੈਫੀਨਿਟਲੀ ਕਿਉਰੇਬਲ ਹੈ। ਸਾਡੀ ਕੋਸ਼ਿਸ਼ ਕੀ ਹੈ ਕਿ ਜਦੋਂ ਪੇਸ਼ੈਂਟ ਅਸੀਂ ਕਹਿ ਰਹੇ ਕਿ 54% ਮੋਰਟੈਲਿਟੀ ਹੈਗੀ ਹੈ, ਤੇ ਸਾਡੀ ਕੋਸ਼ਿਸ਼ ਜਿਹੜਾ ਵੀ ਪੇਸ਼ੈਂਟ ਹੈਗਾ ਉਹ 46% ਦੀ ਕੈਟੇਗਰੀ ਹੈ, 54 ਚ ਨਾ ਜਾਵੇ। ਜੀ ਜੀ ਤੇ ਉਹਦਾ ਜਿਹੜਾ ਕੀ ਹੈ, ਉਹਦਾ अर्ली डिटेक्शन ਹੀ ਹੈ ਨਾ। अर्ली डिटेक्शन ਕਿੱਥੋਂ ਹੋਏਗੀ? अर्ली सस्पिशन ਤੋਂ। ਰਾਈਟ। ਤੇ ਡਾਕਟਰ ਸਾਹਿਬ, ਇਹਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ, ਲੋਕਾਂ ਨੂੰ ਕਿਸ ਤਰ੍ਹਾਂ ਦੱਸਣਾ ਚਾਹੋਗੇ ਵਾਟ ਇਜ਼ ਦੈਟ, ਤੇ ਇਹਨੂੰ ਕਿਸ ਤਰ੍ਹਾਂ ਖੁਦ ਅਸੈਸ ਕਰਨਾ? ਹਾਂ, ਇੱਕ ਮੈਂ ਥੋੜਾ ਜਿਹਾ ਜਿਹੜਾ ਐਂਫੋਟੈਰੀਸਿਨ ਬੀ ਦਾ ਮੈਂ ਥੋੜਾ ਜਿਹਾ ਦੱਸ ਦਵਾਂ ਕਿ ਦੇਖੋ ਐਂਫੋਟੈਰੀਸਿਨ ਬੀ ਜਿਹੜੀ ਹੈ ਨਾ, ਇਹ ਬਹੁਤ ਟੌਕਸਿਕ ਡਰਗ ਹੈ, मतलब ਜ਼ਹਿਰੀਲੀ ਡਰਗ ਹੈ। ਹਾਂ, ਕਿਡਨੀ ਸੇ ਸਾਈਡ ਇਫੈਕਟ ਬਹੁਤ ਸੀਵੀਅਰ ਹੁੰਦੇ ਹੈ। ਜਿਹੜੀ ਬੇਸਿਕ ਐਂਫੋਟੈਰੀਸਿਨ ਬੀ ਹੈ, ਫਿਰ ਲਾਈਫਲਾਈਜ਼ਡ ਆਉਂਦੀ ਹੈ, ਉਹਦੇ ਸਾਈਡ ਇਫੈਕਟ ਕੰਪੈਰੀਟਿਵਲੀ ਘੱਟ ਹੈ। ਜਿਹੜੀ ਲਾਈਪੋਸੋਮਲ ਐਂਫੋਟੈਰੀਸਿਨ, ਉਹਦੇ ਸਾਈਡ ਇਫੈਕਟ ਬਹੁਤ ਘੱਟ ਹੈ, ਬਟ ਇਹ ਸਟ੍ਰਿਕਟਲੀ ਅੰਡਰ ਮੈਡੀਕਲ ਸੁਪਰਵਿਜ਼ਨ ਹੀ ਲੈਣੀ ਹੁੰਦੀ ਹੈ। ਇਸ ਤਰ੍ਹਾਂ ਲੈਣਾ ਉਹ ਨਹੀਂ ਹੈ। ਕਾਸਟ ਇਸ ਦੀ ਜ਼ਿਆਦਾ ਹੋ ਜਾਂਦੀ। ਜਿਹੜੀ ਲਾਈਪੋਸੋਮਲ ਹੈ ਉਹਦੀ ਕੀਮਤ ਜ਼ਿਆਦਾ ਹੈ, ਰੋਜ਼ ਦੀ ਲਗਭਗ ਉਹਦਾ ਪੇਸ਼ੈਂਟ ਦਾ ਖਰਚਾ 8-10 ਹਜ਼ਾਰ ਰੁਪਏ ਰੋਜ਼ ਹੀ ਹੋ ਸਕਦਾ ਹੈ। ਜਿਹੜਾ ਪੋਸਾਕੋਨਾਜ਼ੋਲ, ਉਹਦੀ ਕਾਸਟ ਆਲਮੋਸਟ 70 ਤੋਂ ਲੈ ਕੇ 90,000 ਰੁਪਏ ਪਰ ਡੇ ਬਣ ਜਾਏਗੀ। ਇੱਕ ਸਰ ਹੋਰ ਆਉਂਦੀ ਹੈ ਆਈਸੋਬਕੋਨਾਜ਼ੋਲ। ਇਹ ਸਭ ਦੀ ਜਿਹੜੀ ਹਾਈ ਬਹੁਤ ਜ਼ਿਆਦਾ ਕਾਸਟ ਹੈ, ਪਰ ਕਾਸਟ ਨਾਲ ਸੇਫਟੀ ਉਨੀ ਵੱਧ ਜਾਂਦੀ ਹੈ। ਮਤਲਬ ਥੀਸ ਆਰ ਟੌਕਸਿਕ ਡਰੱਗਸ। ਯੈਸ, ਹਾਂ, ਪਰ ਇਹਨੂੰ ਅੰਡਰ ਮੈਡੀਕਲ ਸੁਪਰਵਿਜ਼ਨ ਕੋਈ ਹੁਣ ਐਂਫੋਟੈਰੀਸਿਨ ਬੀ ਜੇ ਸਟੋਰ ਕਰਦਾ ਹੈ ਤਾਂ ਉਹ ਮੈਂ ਸਮਝਣਾ ਕਿ ਕੋਈ ਉਹ 'ਚ ਸਿਆਣਪ ਨਹੀਂ ਹੈ। ਇਹ ਤਾਂ ਹੁਣ ਪਿੱਛੇ ਇੱਕ ਮਜ਼ਾਕ ਵੀ ਕਹਿਣ ਲੱਗ ਪਏ ਸੀ ਕਿ ਰੈਮਡੇਸਿਵਿਰ ਵੀ ਸਟੋਰ ਕਰ ਲਈ, ਆਕਸੀਜਨ ਵੀ ਸਟੋਰ ਕਰ ਲਈ, ਹੁਣ ਇੱਕ ਡਾਕਟਰ ਕਿਡਨੈਪ ਕਰਕੇ ਘਰ ਰੱਖਣਾ ਰਹਿ ਗਿਆ ਜਿਹੜਾ ਅੱਗੇ ਉਹਨੂੰ ਅਸੀਂ ਦੇ ਸਕੀਏ। ਸੋ ਹੋਰਡਿੰਗ ਇਜ਼ ਨਾਟ ਦਾ ਆਨਸਰ। ਯੂ ਸੀ, ਜਦੋਂ ਅਸੀਂ ਕੋਈ ਚੀਜ਼ ਹੋਰਡ ਕਰਦੇ ਹਾਂ ਨਾ, ਤਾਂ ਅਸੀਂ ਇੱਕ ਤਰ੍ਹਾਂ ਦਾ ਆਪਣਾ ਵੀ ਨੁਕਸਾਨ ਕਰ ਰਹੇ ਹਾਂ, ਸਮਾਜ ਦਾ ਵੀ ਨੁਕਸਾਨ ਕਰ ਰਹੇ ਹਾਂ, ਸੋਸਾਇਟੀ ਦਾ ਵੀ ਨੁਕਸਾਨ ਕਰਦੇ। ਬਿਲਕੁਲ ਠੀਕ ਹੈ। ਜਿਸ ਨੂੰ ਜ਼ਰੂਰਤ ਹੈ, ਜਿਸ ਵਾਸਤੇ ਲਾਈਫ ਸੇਵਿੰਗ ਹੈ, ਅਸੀਂ ਉਹਦੀ ਲਾਈਫ ਨੂੰ ਖਤਰੇ 'ਚ ਪਾ ਕੇ ਮੈਨੂੰ ਕੱਲ ਨੂੰ ਕਦੀ ਹੋਏਗੀ ਤੇ ਮੇਰੇ ਕੋਲ ਅਵੇਲੇਬਲ ਹੋਵੇ, ਤੇ ਇਸ ਤੋਂ ਵੱਡੀ ਮੈਂ ਸਮਝਦਾ ਵਾਂ ਕਿ ਛੋਟੀ ਸੋਚ ਕੋਈ ਹੋਰ ਨਹੀਂ ਹੋ ਸਕਦੀ। ਡਾਕਟਰ ਸਾਹਿਬ, ਤੁਸੀਂ ਕੁਝ ਹੋਰ ਕਹਿਣਾ ਚਾਹੋ? ਦੇਖੋ, ਮੇਰਾ ਮੈਸੇਜ ਬੜਾ ਸਿੰਪਲ ਹੈ ਕਿ ਕੌਨਸ਼ੀਅਸ ਰਹੋ, ਡਰੋ ਨਹੀਂ। ਚਾਹੇ ਉਹ ਬਲੈਕ ਫੰਗਸ ਹੈ, ਚਾਹੇ ਕੋਵਿਡ ਹੈ, ਜਾਂ ਕੋਈ ਵੀ ਡਿਜ਼ੀਜ਼ ਹੈ। ਇੱਕ ਛੋਟਾ ਜਿਹਾ ਇਨਸੀਡੈਂਟ ਮੈਂ ਮਹਾਭਾਰਤ ਤੋਂ ਸ਼ੇਅਰ ਕਰਨਾ ਚਾਹਾਂਗਾ। ਮਹਾਭਾਰਤ 'ਚ ਕਰਨ ਦਾ ਰੱਥ ਚਲਾਉਣ ਵਾਲਾ ਸਾਰਥੀ ਸੀ ਸ਼ल्य। ਸ਼ल्य ਸ਼੍ਰੀ ਕ੍ਰਿਸ਼ਨ ਦਾ ਮਾਮਾ ਸੀ, ਔਰ ਉਹਨਾਂ ਨੇ ਉਸਦੀ ਡਿਊਟੀ ਲਗਾਈ ਸੀ ਕਿ ਤੂੰ ਕਰਨ ਨੂੰ ਲਗਾਤਾਰ ਡੀਮੋਰਲਾਈਜ਼ ਕਰਦੇ ਰਹਿਣਾ। ਤਾਂ ਇੱਕ ਡਾਇਲੌਗ ਉਹਦੇ 'ਚ ਆਉਂਦਾ ਹੈ कि शल्य करण को कहता है कि हे करण, तुम्हें अर्जुन से डर नहीं लगता? जब उसका गंडीव की टंकार होती है तुम्हारा दिल डरता नहीं है? तो इसको डीमोरलाइज कर रहा है। तो करण की जवाब दिता है कि वो लकड़ी के योद्धा होंगे जिन्हें डर नहीं लगता, यानी वो टॉयज़ ही हो सकते हैं जिन्हें डर नहीं लगता। डर मुझे भी लगता है, लेकिन मेरा डर मुझे युद्ध भूमि से भागने को नहीं कहता, मेरा डर मुझे और अच्छे से युद्ध के लिए तैयारी करने को कहता है। सो दैट इज़ द मैसेज।
let us make our fears our inspiration, let us use our fears to strengthen ourselves। ਸੋ ਅਸੀਂ ਬਿਮਾਰੀ ਤੋਂ ਜੇ ਡਰ ਹੈ ਤਾਂ ਡਰ ਦਾ ਮਤਲਬ ਅਸੀਂ ਆਪਣੀ ਅੱਛੀ ਤਿਆਰੀ ਕਰਨੀ ਹੈ। ਇਹਦਾ ਮਤਲਬ ਇਹ ਨਹੀਂ ਕਿ ਡਰ ਕੇ ਅੰਦਰ ਬੈਠਣਾ ਹੈ ਅਸੀਂ। ਔਰ ਦੂਸਰੀ ਇੱਕ ਚੀਜ਼ ਕਿ ਅਸੀਂ ਅੱਜ ਕੱਲ੍ਹ ਹਸਪੀਟਲ ਆਕਸੀਜਨ ਡੈਫੀ ਸਭ ਗੱਲ ਕਰਦੇ ਹਾਂ, ਪਲੀਜ਼ ਇਹਦੇ ਬਾਰੇ ਜਿੰਨੀ ਵਾਰੀ ਮਰਜ਼ੀ ਕਹਿਣਾ ਜਾਵੇ ਥੋੜਾ ਹੈ ਕਿ ਕੋਵਿਡ ਐਪਰੋਪ੍ਰੀਏਟ ਬਿਹੇਵੀਅਰ, ਕੋਵਿਡ ਦੇ ਮੁਤਾਬਕ ਸਾਡਾ ਵਿਵਹਾਰ ਵਤੀਰਾ ਇਹ ਠੀਕ ਹੋਣਾ ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਹੈਡ ਇੰਜਰੀ ਨਾਲ ਕਿੰਨੀਆਂ ਡੈਥਸ ਹੁੰਦੀਆਂ, ਜੇ ਅਸੀਂ ਇੱਕ ਡਾਟਾ ਲਈਏ ਤਾਂ ਕੋਵਿਡ ਤੋਂ ਕਿਤੇ ਜ਼ਿਆਦਾ ਡੈਥਸ ਹਰ 4 ਮਿੰਟ ਦੇ ਵਿੱਚ ਇੱਕ ਡੈਥ ਜਿਹੜੀ ਹੈ ਉਹ ਰੋਡ ਐਕਸੀਡੈਂਟ ਦੇ ਵਿੱਚ ਹੁੰਦੀ ਹੈ। ਤਾਂ ਕਿਆ ਉਸ ਦਾ ਇਲਾਜ ਹਸਪੀਟਲ ਬਣਾਉਣਾ ਹੈ, ਜ਼ਿਆਦਾ ਨਿਊਰੋਸਰਜਨ ਪੈਦਾ ਕਰਨਾ ਹੈ, ਜਾਂ ਠੀਕ ਤਰ੍ਹਾਂ ਡਰਾਈਵ ਕਰਨਾ ਹੈ? ਤਾਂ ਕੋਵਿਡ ਦੇ ਮੁਤਾਬਕ ਠੀਕ ਬਿਹੇਵੀਅਰ ਸਾਡਾ ਬਣੇ, ਜਿਸ ਤਰ੍ਹਾਂ ਰੋਡ ਐਕਸੀਡੈਂਟ ਪ੍ਰੀਵੈਂਟ ਕਰਨ ਵਾਸਤੇ ਸਾਡਾ ਰੋਡ ਟ੍ਰੈਫਿਕ ਸੈਂਸ ਜ਼ਰੂਰੀ ਹੈ। ਕੋਵਿਡ ਨੂੰ ਪ੍ਰੀਵੈਂਟ ਕਰਨ ਵਾਸਤੇ, ਕੋਵਿਡ ਦੀ ਕੰਪਲਿਕੇਸ਼ਨ ਪ੍ਰੀਵੈਂਟ ਕਰਨ ਵਾਸਤੇ ਕੋਵਿਡ ਦੇ ਮੁਤਾਬਕ ਸਾਡਾ ਬਿਹੇਵੀਅਰ ਇੰਪੋਰਟੈਂਟ ਹੈ। ਉਹ ਮਾਸਕ ਹੈ, ਦੂਰੀ ਹੈ, ਉਹ ਸਾਰੀਆਂ ਚੀਜ਼ਾਂ ਸਾਨੂੰ ਪਤਾ ਨੇ। ਇੱਕ ਡਾਕਟਰ ਸਾਹਿਬ ਇੱਕ ਕੁਐਸਚਨ ਰਹਿ ਗਿਆ ਜੀ ਵੀ ਕਿਆ ਜਿਹੜਾ ਆਕਸੀਜਨ ਦੇ ਸਿਲੰਡਰ ਦੇ ਉੱਪਰ ਹਿਊਮਿਡੀਫਾਇਰ ਲੱਗਿਆ ਹੁੰਦਾ ਹੈ, ਕਿਆ ਉਹ ਵੀ ਬਲੈਕ ਫੰਗਸ ਫੈਲਾਉਣ ਦਾ ਕਾਰਨ ਹੈ? ਦੇਖੋ ਕੋਈ ਕਿਸੇ ਵੀ ਤਰ੍ਹਾਂ ਦੀ ਹਿਊਮਿਡਿਟੀ ਜਿਹੜੀ ਹੈ ਨਾ ਉਹ ਫੰਗਸ ਨੂੰ ਪ੍ਰਮੋਟ ਕਰਦੀ ਹੈ। ਤੁਸੀਂ ਇੱਕ ਸਿੰਪਲ ਜਿਹੀ ਐਗਜ਼ਾਮਪਲ ਹੈ, ਤੁਸੀਂ ਇੱਕ ਬ੍ਰੈਡ ਦਾ ਪੀਸ ਲਓ, ਇੱਕ ਬ੍ਰੈਡ ਸੁੱਕੀ ਪਈ ਹੈ, ਇੱਕ ਗਿੱਲੀ ਕੀਤੀ ਹੈ, ਗਿੱਲੀ ਉੱਪਰ ਫੰਗਸ ਜਲਦੀ ਲੱਗਦੀ ਹੈ। ਸੋ ਕਿਸੇ ਵੀ ਕਾਰਨ ਹਿਊਮਿਡਿਟੀ ਹੈ ਉਸ ਨੂੰ ਜਿਸ ਤਰ੍ਹਾਂ ਸਾਡੇ ਕੂਲਰਸ ਹੈ, ਹੁਣ ਕੂਲਰ ਨਾਰਮਲੀ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਜੇ ਕੂਲਰ ਯੂਜ਼ ਕਰਨਾ ਉਹ ਵੀ ਹਿਊਮਿਡਿਟੀ ਵਧਾ ਰਹੇ ਹੈ, ਸੋ ਇਹਦੇ 'ਚ ਫੰਗਸ ਗਰੋ ਹੋਣ ਦੇ ਚਾਂਸਸ ਜ਼ਿਆਦਾ ਹੋਣਗੇ। ਹਾਂ, ਇੱਕ ਇੰਪੋਰਟੈਂਟ ਚੀਜ਼ ਜਿਵੇਂ ਸ਼ੁਰੂ ਦੱਸਿਆ ਸੀ ਕਿ ਸੋਇਲ ਦੇ ਵਿੱਚ ਹੁੰਦਾ ਹੈ, ਠੀਕ ਹੈ ਨਾ, ਤੇ ਸਾਨੂੰ ਮਿੱਟੀ ਤੋਂ ਬਚਣਾ ਜਿਹੜਾ ਪ੍ਰੋਨ ਪੇਸ਼ੈਂਟ ਹੈ, ਹਰ ਇੱਕ ਨੂੰ ਨਹੀਂ, ਮਤਲਬ ਇੱਕ ਡਾਇਬੀਟਿਕ ਹੈ ਕੋਵਿਡ ਤੋਂ ਹੋ ਕੇ ਹਟਿਆ, ਉਹਦੇ ਬਾਅਦ ਮੰਨ ਲਓ ਕਿਤੇ ਕੰਸਟਰਕਸ਼ਨ ਘਰ 'ਚ ਲੱਗੀ ਹੋਈ ਹੈ, ਉਸ ਤੋਂ ਬਚਣਾ ਚਾਹੀਦਾ ਹੈ। ਉਹਦਾ ਕੰਮ ਐਸੇ ਕੰਸਟਰਕਸ਼ਨ ਸਾਈਟ 'ਤੇ ਜਾਣਾ ਪੈਂਦਾ ਹੈ। ਹੁਣ ਖਾਸ ਕਰਕੇ ਜਿਹੜੇ ਕਿਸਾਨ ਭਰਾ ਨੇ ਉਹਨਾਂ ਨੂੰ ਕੰਮ ਹੀ ਮਿੱਟੀ 'ਚ ਕਰਨਾ ਹੈ, ਤੇ ਜੇ ਕੋਈ ਡਾਇਬੀਟਿਕ ਕੋਵਿਡ ਤੋਂ ਠੀਕ ਹੋ ਕੇ ਹਟਿਆ ਹੈ ਤਾਂ ਉਹਨੂੰ ਉਸ ਤੋਂ ਬਚਣਾ ਹੀ ਚਾਹੀਦਾ ਹੈ। ਹੁਣ ਗਾਰਡਨਿੰਗ ਦਾ ਸ਼ੌਕ ਬਹੁਤ ਲੋਕਾਂ ਨੂੰ ਹੈ, ਘਰ ਖੁਦ ਆਪਣੀ ਖਾਦ ਤਿਆਰ ਕਰ ਸਭ ਕੁਝ ਕਰਦੇ ਆ, ਤਾਂ ਉਹ ਜੇ ਕੋਈ ਪ੍ਰੀਡਿਸਪੋਜ਼ਡ ਪੇਸ਼ੈਂਟ ਹੈ ਉਹ ਵੀ ਇਸ ਤੋਂ ਥੋੜ੍ਹਾ ਬਚਾਅ ਕਰੇ ਕਰਨਾ ਵੀ ਹੈ, ਤਾਂ ਉਸਨੂੰ ਪੂਰੇ ਲੰਬੇ ਗਲਵਸ, ਪੂਰੇ ਲੰਬੇ ਗਮ ਸ਼ੂਜ਼ ਉਹ ਪਾ ਕੇ ਉਸ ਨੂੰ ਕੀਤਾ ਜਾਵੇ, ਉਸ ਤੋਂ ਇਮੀਡੀਏਟਲੀ स्नान किया जाए ताकि वो साडा स्पोर्ट्स साडे अंदर एंटर होने की संभावना वो कट ना रहे। धन्यवाद हमारे साथ बात करने के लिए। ये थे डॉक्टर करनेश गुप्ता, शहर के जाने माने ENT सर्जन हैं, ये विशेषज्ञ हैं। इन्होंने हमारा मकसद था लोगों को बताना कि ब्लैक फंगस को लेकर आजकल कई तरह की भ्रांतियां फैल रही हैं, ये है क्या और इसका ट्रीटमेंट क्या है। अमृतसर में ऐसा नहीं है कि पहले भी ये ब्लैक फंगस के मरीज़ नहीं होते थे और अब ज़्यादा बढ़ गए हैं। इनका कहना है कि पहले भी ऐसे मरीज़ आते थे लेकिन अब उनकी तादाद बढ़ गई है। इसी को लेकर हम बात करेंगे अमृतसर के सिविल सर्जन के साथ, उनका क्या कहना है। अमृतसर में ब्लैक फंगस के केसों को लेकर हम बात करेंगे अमृतसर के सिविल सर्जन डॉक्टर चरणजीत सिंह के साथ। डॉक्टर नमस्कार जी। नमस्कार डॉक्टर साहब। डॉक्टर साहब, कोरोना तो बाद एक ਜਿਹੜੀ ਨਵੀਂ ਬਿਮਾਰੀ ਸਾਹਮਣੇ ਆ ਰਹੀ ਹੈ ਬਲੈਕ ਫੰਗਸ ਦੀ, ਕਈ ਲੋਕਾਂ ਦੀ ਅੱਖਾਂ ਚਲੇ ਗਈਆਂ ਤੇ ਹੋਰ ਇਹਦਾ ਬਟ ਇਹ ਹੈ ਕੀ ਤੇ ਕਿਆ ਅੰਮ੍ਰਿਤਸਰ 'ਚ ਕੋਈ ਕੇਸ ਸਾਹਮਣੇ ਆਇਆ? ਨਹੀਂ, ਐਸ ਸੱਚ ਅੰਮ੍ਰਿਤਸਰ ਵਿੱਚ ਕੋਈ ਕੇਸ ਜਿਹੜਾ ਸਾਡੇ ਸਾਹਮਣੇ ਹਜੇ ਨਹੀਂ ਆਇਆ, ਬਟ ਇਹ ਆ ਵੀ ਇਹਦਾ ਜਿਹੜਾ ਪ੍ਰੋਬੇਬਲ ਰੀਜ਼ਨ ਹੋ ਸਕਦੇ ਆ ਉਹ ਆ ਵੀ ਜਿਹੜਾ ਐਕਸੈਸਿਵ ਯੂਜ਼ ਆਫ ਸਟੀਰੋਇਡਸ ਆ। ਕਈ ਵਾਰੀ ਇਨੀਸ਼ੀਅਲ ਥੈਰੇਪੀ ਅਸੀਂ ਸਟੀਰੋਇਡ ਯੂਜ਼ ਕਰਦੇ ਹਾਂ, ਉਹਦੇ ਅਦਰਵਾਈਜ਼ ਬੜੇ ਅੱਛੇ ਇਫੈਕਟਸ ਹੈਗੇ ਆ, ਪੇਸ਼ੈਂਟਸ ਹੁੰਦੇ ਆ, ਕਰੋਨਾ ਦੀ ਜਿਹੜੀ ਹੈਗੀ ਇੰਪਰੂਵਮੈਂਟ ਹੁੰਦੀ ਆ। ਪਰ ਕਿਸੇ ਸਟੇਜ 'ਤੇ ਜੇ ਉਹਨਾਂ ਦਾ ਐਕਸੈਸਿਵ ਯੂਜ਼ ਹੋ ਜਾਂਦਾ, ਇੱਕ ਤਾਂ ਇਹ ਜਿਹੜਾ ਪ੍ਰੋਬੇਬਲ ਰੀਜ਼ਨ ਪਾਇਆ ਗਿਆ ਕਿ ਉਹਦੇ ਕਰਕੇ ਹੋ ਸਕਦਾ। ਦੈਨ ਸੈਕੰਡਲੀ ਜਿਹੜਾ ਕਈ ਵਾਰੀ ਜਿਹੜਾ ਅਸੀਂ ਪਾਣੀ ਆਕਸੀਜਨ ਪਾਈਪਲਾਈਨ ਜਿਹੜੀ ਯੂਜ਼ ਕਰਦੇ ਹਾਂ, ਜਿਹੜਾ ਪੇਸ਼ੈਂਟ ਨੂੰ ਕਨੈਕਟ ਕਰਦੀ ਆ, ਉਹ ਵਾਟਰ ਸ਼ੁੱਡ ਵੀ ਸਟਰਲਾਈਲ ਹੋਣਾ ਚਾਹੀਦਾ ਵਾਟਰ, ਅਤੇ ਉਹ ਜਿਹੜਾ ਹੈਗਾ ਫਰੀਕੁਐਂਟਲੀ ਇਹਨੂੰ ਚੇਂਜ ਕਰਨਾ ਚਾਹੀਦਾ ਹੈਗਾ। ਅਤੇ ਉਹ ਵੀ ਇੱਕ ਪ੍ਰੋਬੇਬਲ ਰੀਜ਼ਨ ਜਿਹੜਾ ਹੈਗਾ ਪਾਇਆ ਗਿਆ ਕਿ ਉਹ ਲਗਾਤਾਰ ਜਿਹੜਾ ਜਿਹਦੇ ਕਰਕੇ ਉਹ ਰੀਜ਼ਨ, ਦੋ ਰੀਜ਼ਨ ਜਿਹੜੇ ਆ ਅਸੀਂ ਦੇਖਣ 'ਚ ਆਇਆ ਕਿ ਇਹਨਾਂ ਦੋ ਰੀਜ਼ਨ ਕਰਕੇ ਜਿਹੜੀ ਆ ਇਹ ਇਨਫੈਕਸ਼ਨ ਜਿਹੜੀ ਹੋ ਸਕਦੀ ਹੈ। ਡਾਕਟਰ ਸਾਹਿਬ, ਇਸ ਤਰ੍ਹਾਂ ਦੇ ਕੇਸਿਸ ਨੂੰ ਮਤਲਬ ਕਿਆ ਸਿੰਪਟਮਸ ਕੀ ਹੁੰਦੇ ਤੇ ਉਹਨੂੰ ਕਿੱਥੇ ਸੰਪਰਕ ਕਰਨਾ ਚਾਹੀਦਾ? ਨਹੀਂ, ਫਿਲਹਾਲ ਤਾਂ ਜੇ ਉਹ ਉਸ ਤਰ੍ਹਾਂ ਦੀ, ਕਿਉਂਕਿ ਅਲਟੀਮੇਟਲੀ ਡਿਊਰਿੰਗ ਐਗਜ਼ਾਮੀਨੇਸ਼ਨ ਹੀ ਜਦੋਂ ਇੱਕ ਪੇਸ਼ੈਂਟ ਰੈਜ਼ਿਸਟੈਂਸ ਹੋ ਜਾਂਦੇ ਆ, ਡਿਵੈਲਪ ਹੋ ਜਾਂਦਾ ਕਿ ਉਹ ਕਿਉਰ ਨਹੀਂ ਹੋ ਰਿਹਾ ਜਾਂ ਉਹਦੇ ਦੂਜੇ ਔਰਗਨ ਇਨਵੋਲਵ ਹੋ ਜਾਂਦੇ, ਦੈਨ ਜਿਹੜਾ ਕਲੀਨਿਸ਼ੀਅਨ ਉਹਨੂੰ ਅਟੈਂਡ ਕਰ ਲੈ, ਹੀ ਕੈਨ ਡਿਟੈਕਟ ਕਿ ਇਹਨੂੰ ਜਦੋਂ ਇਨਵੈਸਟੀਗੇਸ਼ਨ ਹੁੰਦੀਆਂ ਕਿ ਇਹਨੂੰ ਫੰਗਸ ਇਨਫੈਕਸ਼ਨ ਹੋ ਗਈ, ਦੈਨ ਡਿਪੈਂਡਿੰਗ ਅਪੋਨ ਦੀ ਫਿਰ ਉਹ ਜੇ ਡਿਟੈਕਟ ਹੁੰਦਾ ਦੈਨ ਜਿਹੜੀ ਟਰੀਟਮੈਂਟ ਹੈਗੀ ਆ ਉਹਦੀ ਐਂਟੀ ਫੰਗਲ ਜਿਹੜੀ ਆ ਉਹ ਸਟਾਰਟ ਕੀਤੀ ਜਾਂਦੀ ਹੈ।